ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਤੇ ਸਿੱਖਿਆਵਾਂ ਉੱਪਰ ਆਪਾਂ ਅਗਲੀ ਲੜੀ ਵਿੱਚ ਪਾਤਸ਼ਾਹ ਦੇ ਜੀਵਨ ਦੀਆਂ ਕੁਝ ਹੋਰ ਘਟਨਾਵਾਂ ਤੇ ਸਿੱਖਿਆਵਾਂ ਉੱਪਰ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਇਹ ਵੇਖਦੇ ਹਾਂ ਇਤਿਹਾਸ ਦੇ ਵਿੱਚ ਪਹਿਲੀ ਉਦਾਸੀ ਦੀ ਸਮਾਪਤੀ ਤੋਂ ਬਾਅਦ ਪਾਤਸ਼ਾਹ ਨੇ ਰਾਵੀ ਦਰਿਆ ਦੇ ਕੰਢੇ ਤੇ ਇੱਕ ਸ਼ਹਿਰ ਵਸਾਇਆ ਹੈ, ਜਿਸ ਸ਼ਹਿਰ ਦਾ ਨਾਮ ਰੱਖਿਆ ਗਿਆ ਕਰਤਾਰਪੁਰ। ਕਰਤਾਰ ਭਾਵ ਪਰਮਾਤਮਾ, ਕਰਤਾ। ਉਸ ਸ਼ਹਿਰ ਦੇ ਵਿੱਚ ਪਾਤਸ਼ਾਹ ਕਿਰਤ ਵੀ ਕਰਦੇ ਨੇ, ਖੇਤੀਬਾੜੀ ਕਰਦੇ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਉਪਦੇਸ਼ ਵੀ ਦੇ ਰਹੇ ਨੇ, ਪਰਮਾਤਮਾ ਨਾਲ ਜੁੜਨ ਦੇ ਉਪਦੇਸ਼ ਵੀ ਦੇ ਰਹੇ ਨੇ। ਸਤਸੰਗ ਹੁੰਦਾ ਹੈ, ਲੋਕ ਭਾਰੀ ਗਿਣਤੀ ਵਿੱਚ ਆਉਂਦੇ ਨੇ, ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਇੱਕ ਦਿਨ ਐਸਾ ਆਉਂਦਾ ਹੈ ਕਿ ਪਾਤਸ਼ਾਹ ਰੋਜ਼ਾਨਾ ਵਾਂਗੂ ਆਉਂਦੇ ਨੇ ਉਪਦੇਸ਼ ਦੇ ਲਈ, ਪਰ ਉਸ ਦਿਨ ਪਾਤਸ਼ਾਹ ਦੇ ਪਹਿਰਾਵਾ ਵੀ ਬੜਾ ਅਲੱਗ ਹੈ। ਹੱਥ ਵਿੱਚ ਡੰਡਾ ਪਕੜਿਆ ਹੋਇਆ ਹੈ ਤੇ ਸਭ ਨੂੰ ਭੱਜਣ ਲਈ ਕਹਿੰਦੇ ਨੇ, ਤੁਸੀਂ ਚਲੇ ਜਾਓ ਇੱਥੋਂ। ਲੋਕ ਡਰ ਜਾਂਦੇ ਨੇ, ਘਬਰਾ ਜਾਂਦੇ ਨੇ, ਚਲੇ ਜਾਂਦੇ ਨੇ। ਅਗਲਾ ਦਿਨ ਆਉਂਦਾ ਹੈ, ਪਾਤਸ਼ਾਹ ਫਿਰ ਉਸੇ ਤਰ੍ਹਾਂ ਜਿਵੇਂ ਆਮ ਹਰ ਰੋਜ਼ ਆਉਂਦੇ ਨੇ ਉਸੇ ਤਰ੍ਹਾਂ ਆਉਂਦੇ ਨੇ, ਫਿਰ ਉਪਦੇਸ਼ ਦਿੰਦੇ ਨੇ। ਤੇ ਉਪਦੇਸ਼ ਦਿੰਦਿਆਂ ਦਿੰਦਿਆਂ ਇੱਕ ਸਵਾਲ ਪੁੱਛਦੇ ਨੇ ਵੀ ਕੱਲ ਵਾਲਾ ਮੇਰਾ ਵਿਹਾਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ। ਸੰਗਤ ਵਿੱਚ ਉੱਠ ਕੇ ਇੱਕ ਗੁਰਸਿੱਖ ਕਹਿੰਦਾ ਹੈ, ਪਾਤਸ਼ਾਹ ਅਸੀਂ ਤਾਂ ਤੁਹਾਡਾ ਉਪਦੇਸ਼ ਸੁਣਨ ਲਈ ਆਉਂਦੇ ਹਾਂ, ਪਰ ਕੱਲ ਵਾਲਾ ਤੁਹਾਡਾ ਵਿਹਾਰ ਸਾਨੂੰ ਸਮਝ ਨਹੀਂ ਆਇਆ। ਪਾਤਸ਼ਾਹ ਕਹਿੰਦੇ ਬਸ ਇਹੀ ਗੱਲ ਮੈਂ ਸਮਝਾਉਣੀ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਉਪਦੇਸ਼ ਨਾਲ ਜੁੜਨਾ, ਮੇਰੇ ਸਰੀਰ ਨਾਲ ਨਹੀਂ ਜੁੜਨਾ। ਸਰੀਰ ਨਾਲ ਨਹੀਂ ਜੁੜਨਾ, ਉਪਦੇਸ਼ ਨਾਲ ਜੁੜਨਾ ਹੈ। ਉਪਦੇਸ਼ ਕੀ ਹੈ? ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਹੈ। ਪਰਮਾਤਮਾ ਦੇ ਨਾਲ ਜੁੜਨ ਦੇ ਲਈ ਪਾਤਸ਼ਾਹ ਨੇ ਸਾਨੂੰ ਰਸਤਾ ਕੀ ਦਿੱਤਾ ਹੈ? ਪਾਤਸ਼ਾਹ ਨੇ ਹਰ ਜਗ੍ਹਾ ਇਹ ਗੱਲ ਕਹੀ ਕਿ ਪਰਮਾਤਮਾ ਨਾਲ ਜੁੜਨਾ ਹੈ। ਪਰਮਾਤਮਾ ਨਾਲ ਜੁੜਨ ਲਈ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਿੱਤੀ ਹੈ। ਪਾਤਸ਼ਾਹ ਨੇ ਇਹ ਗੱਲ ਕਹੀ ਕਿ ਕਰਮ ਕਾਂਡ ਨਹੀਂ ਕਰਨੇ, ਮੂਰਤੀ ਪੂਜਾ ਨਹੀਂ ਕਰਨੀ, ਵਰਤ ਨਹੀਂ ਰੱਖਣੇ। ਅਜਿਹੇ ਸਾਰੇ ਕਰਮ ਕਾਂਡਾਂ ਤੋਂ ਪਾਤਸ਼ਾਹ ਨੇ ਸਾਨੂੰ ਰੋਕਿਆ। ਤੇ ਇਸ ਦੇ ਲਈ ਸਾਨੂੰ ਗੁਰਬਾਣੀ ਦਿੱਤੀ ਕਿ ਗੁਰਬਾਣੀ ਨਾਲ ਸਾਂਝ ਪਾ ਕੇ, ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਗਾ ਕੇ, ਵਿਚਾਰ ਕੇ, ਸਮਝ ਕੇ, ਹਿਰਦੇ ਵਿੱਚ ਦ੍ਰਿੜ ਕਰਕੇ ਆਪਣਾ ਜੀਵਨ ਉਸ ਤਰੀਕੇ ਨਾਲ ਚਲਾਉਣਾ ਹੈ। ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਪਾਤਸ਼ਾਹ ਨੇ ਮੂਲ ਮੰਤਰ ਦੀ ਰਚਨਾ ਕੀਤੀ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੂਲ ਮੰਤਰ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਗੁਣਾਂ ਦੇ ਬਾਰੇ ਲਿਖੇ, ਜਿਸ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੰਦੇ ਨੇ। ਜਦੋਂ ਆਪਾਂ ਸਨਾਤਨ ਮੱਤ ਦੇ ਵਿੱਚ ਵੇਖਦੇ ਹਾਂ, ਪਰਮਾਤਮਾ ਨੂੰ ਬਹੁਤ ਸਾਰੇ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਓਮ। ਵਿਦਵਾਨ ਸੱਜਣਾ ਨੇ ਉਸ ਓਮ ਦੇ 3 ਹਿੱਸੇ ਕਰ ਦਿੱਤੇ ਨੇ, ਆ ਮਾ, ਓਮ, ਊੜਾ, ਐੜਾ ਤੇ ਮੰਮਾ। ਤੇ ਉਹਦੇ ਅਰਥ ਵੀ ਇਸ ਤਰੀਕੇ ਨਾਲ ਕਰ ਦਿੱਤੇ ਨੇ ਕਿ ਊੜਾ ਉਤਪਤੀ ਕਰਨ ਵਾਲਾ ਭਾਵ ਬ੍ਰਹਮਾ ਜੀ, ਐੜਾ ਆਹਾਰ ਦੇਣ ਵਾਲਾ, ਪਾਲਣਾ ਪੋਸ਼ਣਾ ਕਰਨ ਵਾਲਾ ਵਿਸ਼ਨੂੰ ਜੀ, ਮੰਮਾ ਮੌਤ ਦੇਣ ਵਾਲਾ ਸ਼ਿਵ ਜੀ। 3 ਵੱਡੇ ਵੱਡੇ ਦੇਵਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਬਾਰੇ ਇਹ ਗੱਲ ਸਮਝਾਈ ਗਈ। ਪਾਤਸ਼ਾਹ ਜਦੋਂ ਇੱਕ ਓਂਕਾਰ ਲਿਖਦੇ ਨੇ ਤਾਂ ਸਭ ਤੋਂ ਪਹਿਲੇ ਗਿਣਤੀ ਦਾ ਏਕਾ ਲਿਖ ਦਿੰਦੇ ਨੇ। ਇਸ ਗਿਣਤੀ ਦੇ ਏਕੇ ਦਾ ਇੱਕੋ ਇੱਕ ਅਰਥ ਹੈ, ਇੱਕ, 1। ਤੇ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਕੇਵਲ ਇੱਕ ਹੈ ਤੇ ਉਹ ਸਭ ਵਿੱਚ ਇੱਕ ਰਸ ਵਿਆਪਕ ਹੈ। ਉਹਨੂੰ ਆਪਾਂ 3 ਹਿੱਸਿਆਂ 'ਚ ਪੜ੍ਹਦੇ ਹਾਂ, ਉਚਾਰਦੇ ਹਾਂ। ਇੱਕ ਓਂਕਾਰ, ਇੱਕ ਹੈ। ਓਮ ਪਰਮਾਤਮਾ, ਕਾਰ ਉਹ ਸਭ ਦੇ ਵਿੱਚ ਲਗਾਤਾਰ ਇੱਕ ਰਸ ਵਿਆਪਕ ਹੈ, ਸਭ ਵਿੱਚ ਵਿਆਪਕ ਹੈ। ਸਤਨਾਮ, ਉਸ ਦਾ ਨਾਮ ਚਾਹੇ ਕਿਸੇ ਵੀ ਨਾਮ ਨਾਲ ਯਾਦ ਕਰ ਲਈਏ, ਹਮੇਸ਼ਾ ਕਾਇਮ ਰਹਿਣ ਵਾਲਾ। ਕਰਤਾ ਪੁਰਖ, ਉਹ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ ਤੇ ਸਭ ਕੁਝ ਕਰਕੇ ਉਹ ਆਪ ਵਿੱਚ ਸਮਾਇਆ ਹੋਇਆ। ਨਿਰਭਉ,
ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਡਰ ਤੋਂ ਰਹਿਤ ਹੈ, ਨਿਰਵੈਰ। ਉਹ ਵੈਰ ਵੀ ਨਹੀਂ ਕਰਦਾ ਕਿਸੇ ਨਾਲ। ਉਸ ਦੀ ਦਿੱਤੀ ਹਰ ਵਸਤੂ ਸਭ ਨੂੰ ਬਰਾਬਰ ਪਹੁੰਚਦੀ ਹੈ। ਸੂਰਜ ਦੀ ਧੁੱਪ ਸਭ ਨੂੰ ਮਿਲਦੀ ਹੈ, ਹਵਾ ਸਭ ਨੂੰ ਮਿਲਦੀ ਹੈ, ਕੋਈ ਕਿਸੇ ਨਾਲ ਭੇਦਭਾਵ ਨਹੀਂ ਹੈ। ਅਕਾਲ ਮੂਰਤ। ਕਾਲ ਦਾ ਅਰਥ ਹੁੰਦਾ ਸਮਾਂ, ਕਾਲ ਦਾ ਅਰਥ ਹੁੰਦਾ ਮੌਤ। ਉਹ ਪਰਮਾਤਮਾ ਅਕਾਲ ਹੈ, ਉਸ ਦੇ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਹ ਮੌਤ ਤੋਂ ਵੀ ਰਹਿਤ ਹੈ। ਉਹ ਐਸੀ ਸ਼ਖਸੀਅਤ ਹੈ ਕਿ ਉਸ ਦੇ ਉੱਪਰ ਸਮੇਂ ਦਾ, ਮੌਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਅਸੀਂ ਸਮੇਂ ਦੇ ਪ੍ਰਭਾਵ ਵਿੱਚ ਹਾਂ। ਬਚਪਨ ਵਿੱਚ ਹੋਰ ਤਰ੍ਹਾਂ ਦੀ ਅਵਸਥਾ ਹੈ, ਜਵਾਨੀ ਵਿੱਚ ਹੋਰ ਤਰ੍ਹਾਂ ਦੀ ਹੈ, ਬੁਢੇਪੇ ਵਿੱਚ ਹੋਰ ਤਰ੍ਹਾਂ ਦੀ ਹੈ, ਫਿਰ ਮੌਤ ਨੇ ਵੀ ਲੈ ਜਾਣਾ। ਅਜੂਨੀ। ਉਹ ਪਰਮਾਤਮਾ ਐਸਾ ਹੈ ਕਿ ਉਸਦਾ ਜਨਮ ਨਹੀਂ ਹੁੰਦਾ, ਜੂਨਾਂ ਵਿੱਚ ਨਹੀਂ ਆਉਂਦਾ। ਇੱਥੇ ਹੁਣ ਇੱਕ ਸਵਾਲ ਹੁੰਦਾ ਵੀ ਜੇ ਜੂਨਾਂ ਵਿੱਚ ਨਹੀਂ ਆਉਂਦਾ ਤਾਂ ਫਿਰ ਕਿਵੇਂ ਹੈ? ਅੱਗੇ ਪਾਤਸ਼ਾਹ ਕਹਿੰਦੇ ਨੇ ਸਹਿਬੰਗ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਅਖੀਰ ਤੇ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ ਅਜਿਹਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮੂਲ ਮੰਤਰ ਹੈ ਗੁਰਬਾਣੀ ਦਾ। ਗੁਰੂ ਨਾਨਕ ਸਾਹਿਬ ਇਸ ਦੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰ ਰਹੇ ਨੇ, ਉਸ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਨੇ ਕਿ ਉਸ ਪਰਮਾਤਮਾ ਨੂੰ ਮਿਲਣਾ ਤੇ ਗੁਰੂ ਨਾਲ ਜੁੜੋ, ਤੇ ਗੁਰੂ ਸਾਡਾ ਸ਼ਬਦ ਹੈ, ਹੋਰ ਕੁਝ ਨਹੀਂ। ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ, ਬੜੇ ਸਾਰੇ ਪਖੰਡੀ ਲੋਕ ਬੜੇ ਤਰ੍ਹਾਂ ਦੇ ਭੁਲੇਖੇ ਪਾ ਕੇ ਲੋਕਾਂ ਨੂੰ ਆਪਣੇ ਖਿੱਚਦੇ ਨੇ। ਅੱਜ ਵੀ ਸਭ ਕੁਝ ਐਸਾ ਹੋ ਰਿਹਾ, ਪਰ ਅਸੀਂ ਸ਼ਬਦ ਦੇ ਨਾਲ ਸਾਂਝ ਪਾਣੀ ਹੈ। ਜਦੋਂ ਪਾਤਸ਼ਾਹ ਦੂਰ ਦੂਰ ਤੱਕ ਜਾਂਦੇ ਨੇ, ਜਦੋਂ ਬੈਠ ਕੇ ਵੇਖਦੇ ਨੇ ਉਹਨਾਂ ਦਿਨਾਂ ਦੇ ਜਿਹੜੇ ਹਾਲਾਤ ਨੇ, ਆਮ ਲੋਕਾਂ ਦੇ ਹਾਲਾਤ ਬੜੇ ਮਾੜੇ ਨੇ। ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਆਮ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ। ਕਿਸੇ ਨੂੰ ਜਾਤ ਕਰਕੇ ਨੀਵਾਂ ਸਮਝਿਆ ਜਾ ਰਿਹਾ ਹੈ, ਪਾਤਸ਼ਾਹ ਉਹਨਾਂ ਨੀਵਿਆਂ ਦੇ ਨਾਲ ਖੜੇ ਨੇ। ਕਿਸੇ ਨੂੰ ਇਸ ਕਰਕੇ ਨੀਵਾਂ ਸਮਝਿਆ ਜਾ ਰਿਹਾ ਕਿ ਉਹ ਔਰਤ ਹੈ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਦੇ ਐਸੇ ਪਹਿਲੇ ਰਹਿਬਰ ਹੋਏ ਨੇ ਜਿਨ੍ਹਾਂ ਨੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਆਪਾਂ ਗੁਰਬਾਣੀ ਵਿੱਚ ਰੋਜ਼ਾਨਾ ਸਵੇਰੇ ਆਸਾ ਕੀ ਵਾਰ ਵਿੱਚ ਸੁਣਦੇ ਹਾਂ, ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਉਸ ਔਰਤ ਨੂੰ ਕਿਉਂ ਮਾੜਾ ਕਿਹਾ ਜਾਵੇ ਜਿਸ ਨੇ ਰਾਜਿਆਂ ਨੂੰ ਪੈਦਾ ਕੀਤਾ, ਜਿਸ ਨੇ ਰਾਜਿਆਂ ਨੂੰ ਪੈਦਾ ਕੀਤਾ। ਤੇ ਜਦੋਂ ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ, ਸਾਡੇ ਇਹ ਇਤਿਹਾਸ ਵਿੱਚ ਇਹ ਗੱਲ ਸੱਚ ਹੋ ਨਿਬੜੀ ਹੈ। ਸਾਡੀ ਕੌਮ ਦਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਜਿਸ ਮਾਂ ਦੀ ਕੁੱਖ ਤੋਂ ਪੈਦਾ ਹੋਇਆ, ਉਸ ਮਾਂ ਨੂੰ ਪੈਦਾ ਹੁੰਦਿਆਂ ਹੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਉਂਕਿ ਇੱਕ ਰਿਵਾਜ ਬਣ ਗਿਆ ਸੀ ਕਿ ਜਦੋਂ ਲੜਕੀ ਪੈਦਾ ਹੋ ਜਾਵੇ ਉਸ ਨੂੰ ਖਤਮ ਕਰ ਦਿਓ। ਜੀਂਦ ਦੇ ਸਰਦਾਰਾਂ ਦੇ ਘਰ ਵਿੱਚ ਇੱਕ ਲੜਕੀ ਪੈਦਾ ਹੋਈ, ਜੀਂਦ ਇਲਾਕਾ ਦਿੱਲੀ ਦੇ ਨੇੜੇ ਹੀ ਹੈ। ਪ੍ਰੋਗਰਾਮ ਬਣ ਗਿਆ, ਫੈਸਲਾ ਕਰ ਲਿਆ ਕਿ ਇਸ ਨੂੰ ਖਤਮ ਕਰ ਦਿੱਤਾ ਜਾਵੇ। ਘੜੇ ਵਿੱਚ ਦੱਬ ਕੇ, ਘੜੇ ਵਿੱਚ ਪਾ ਕੇ ਖੇਤਾਂ ਵਿੱਚ ਦੱਬ ਆਏ ਜਾ ਕੇ। ਉਹਨਾਂ ਦੇ ਘਰੋਂ ਇੱਕ ਕਿਸੇ ਮਹਾਂਪੁਰਖ ਦਾ ਪ੍ਰਸ਼ਾਦਾ ਰੋਜ਼ ਜਾਂਦਾ ਸੀ। ਬਸ ਮਹਾਂਪੁਰਖ ਨੂੰ ਪਤਾ ਲੱਗਾ ਕਿ ਅੱਜ ਇਹਨਾਂ ਨੇ ਇਹ ਕੰਮ ਕੀਤਾ ਹੈ। ਉਸ ਨੇ ਪ੍ਰਸ਼ਾਦਾ ਛਕਣ ਤੋਂ ਇਨਕਾਰ ਕਰਦਾ ਕਿ ਤੁਹਾਡੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ, ਬੜਾ ਪਛਤਾਏ। ਉਹਨੇ ਕਿਹਾ ਜਾ ਕੇ ਦੇਖੋ, ਸ਼ਾਇਦ ਬੱਚੀ ਜਿਉਂਦੀ ਮਿਲ ਜਾਏ। ਜਦੋਂ ਘੜਾ ਕੱਢਿਆ, ਸੱਚਮੁੱਚ ਬੱਚੀ ਜਿਉਂਦੀ ਸੀ। ਪਾਲਣਾ ਪੋਸ਼ਣਾ ਕੀਤੀ ਗਈ, ਬੱਚੀ ਵੱਡੀ ਹੋ ਗਈ। ਉਸ ਦਾ ਵਿਆਹ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਸਰਦਾਰ ਚੜ੍ਹਤ ਸਿੰਘ ਦੇ ਸਪੁੱਤਰ ਸਰਦਾਰ ਮਹਾਂ ਸਿੰਘ ਦੇ ਨਾਲ ਕੀਤਾ ਗਿਆ। ਤੇ ਉਸ ਬੱਚੀ ਜਿਸ ਦਾ ਨਾਮ ਰਾਜ ਕੌਰ ਇਤਿਹਾਸ ਵਿੱਚ ਆਉਂਦਾ ਹੈ, ਉਸ ਬੱਚੀ ਜਿਹੜੀ ਵੱਡੀ ਹੋ ਕੇ ਜਦੋਂ ਵਿਆਹੀ ਗਈ ਤੇ ਉਸ ਦੀ ਕੁੱਖ ਤੋਂ ਸਾਡੀ ਕੌਮ ਦਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ। ਤੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਲਿਖੀ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਗੁਰੂ ਸਾਹਿਬ ਦੇ ਉਪਦੇਸ਼ ਸਾਨੂੰ ਜਿੱਥੇ ਉਹਨਾਂ ਦੇ ਜੀਵਨ ਵਿੱਚੋਂ ਮਿਲਦੇ ਨੇ, ਉੱਥੇ ਗੁਰਬਾਣੀ ਵਿੱਚੋਂ ਵੀ ਮਿਲਦੇ ਨੇ। ਅਸੀਂ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਅਸੀਂ ਰੋਜ਼ਾਨਾ ਸਵੇਰੇ ਪੜ੍ਹਦੇ ਹਾਂ। ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਬਾਣੀ ਜਪਜੀ ਸਾਹਿਬ ਹੈ। ਸਾਡੀਆਂ ਨਿਤਨੇਮ ਦੀਆਂ ਬਾਣੀਆਂ ਦੀ ਸਭ ਤੋਂ ਪਹਿਲੀ ਬਾਣੀ ਹੈ। ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦੀ ਸਭ ਤੋਂ ਪਹਿਲੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੰਚਮ ਪਾਤਸ਼ਾਹ ਨੇ ਸੰਪਾਦਨ ਕੀਤਾ, ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ। ਜਪਜੀ ਸਾਹਿਬ 'ਚ ਵੀ ਪਾਤਸ਼ਾਹ ਸਾਨੂੰ ਬੜੇ ਸਾਰੇ ਉਪਦੇਸ਼ ਸੰਦੇਸ਼ ਦਿੰਦੇ ਨੇ, ਬੜੇ ਸਾਰੇ ਭੁਲੇਖੇ ਸਾਡੇ ਦੂਰ ਕਰਦੇ ਨੇ। ਜਦੋਂ ਆਸਾ ਕੀ ਵਾਰ
ਦਾ ਕੀਰਤਨ ਆਪਾਂ ਸਵੇਰੇ ਸੁਣਦੇ ਹਾਂ। ਆਸਾ ਕੀ ਵਾਰ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੈ, ਉਹਦੇ ਵਿੱਚੋਂ ਸਾਨੂੰ ਬੜੇ ਸਾਰੇ ਭੁਲੇਖੇ ਦੂਰ ਹੁੰਦੇ ਨੇ। ਸਾਡੇ ਬੜੇ ਸਾਰੇ ਭੁਲੇਖੇ ਦੂਰ ਹੁੰਦੇ ਨੇ। ਕਈ ਤਰ੍ਹਾਂ ਦੇ ਕਰਮ ਕਾਂਡ ਜਿਨ੍ਹਾਂ ਦੇ ਵਿੱਚ ਦੁਨੀਆ ਉਸ ਵੇਲੇ ਫਸੀ ਸੀ, ਅੱਜ ਵੀ ਫਸੀ ਹੈ। ਪਰ ਜਦੋਂ ਆਪਾਂ ਬਾਣੀ ਨਾਲ ਜੁੜਦੇ ਹਾਂ, ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰ ਕੇ ਸਮਝ ਕੇ ਜਦੋਂ ਉਸ ਬਾਣੀ ਨੂੰ ਆਪਾਂ ਹਿਰਦੇ ਵਿੱਚ ਟਿਕਾਉਂਦੇ ਹਾਂ, ਤਾਂ ਸਹੀ ਜੀਵਨ ਦੀ ਸਮਝ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿੱਥੇ ਆਪ ਬਾਣੀ ਦੀ ਰਚਨਾ ਕੀਤੀ ਹੈ, ਆਪਾਂ ਜਿਵੇਂ ਪਹਿਲੀਆਂ ਵੀਡੀਓ ਜ਼ਿਕਰ ਕੀਤਾ, ਉੱਥੇ ਵੱਖ-ਵੱਖ ਭਗਤਾਂ ਦੀ ਬਾਣੀ ਇਕੱਤਰ ਕੀਤੀ ਹੈ। ਜਿੱਥੇ ਵੀ ਕਿਤੇ ਗਏ ਨੇ, ਪਰ ਇਹ ਗੱਲ ਨਹੀਂ ਵੇਖੀ ਗਈ ਕਿ ਉਹ ਭਗਤ ਕੌਣ ਹੈ, ਕਿਸ ਜਾਤੀ ਦਾ ਹੈ, ਕਿਸ ਧਰਮ ਦਾ, ਕੋਈ ਫਰਕ ਨਹੀਂ ਪੈਣ ਲੱਗਾ। ਬਾਬਾ ਫਰੀਦ ਜੀ ਜੋ ਇਸਲਾਮ ਦੇ ਪ੍ਰਚਾਰਕ ਨੇ, ਉਹਨਾਂ ਦੀ ਬਾਣੀ ਇਕੱਤਰ ਕੀਤੀ ਗਈ ਹੈ, ਉਹਨਾਂ ਦੀ ਬਾਣੀ ਦਰਜ ਕੀਤੀ ਗਈ ਹੈ। ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ। ਇਹ ਬਰਾਬਰੀ ਵਾਲੀ ਗੱਲ ਹੈ। ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਬਰਾਬਰੀ ਹੈ। ਆਪਣੇ ਤੋਂ ਨੀਵਾਂ ਜਾਂ ਉੱਚਾ ਕਿਸੇ ਨੂੰ ਨਹੀਂ ਸਮਝਣਾ, ਬਰਾਬਰ ਹੈ। ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ। ਆਪਾਂ ਅੱਜ ਵੇਖ ਰਹੇ ਹਾਂ ਬੜੇ ਸਾਰੇ ਅੰਦੋਲਨ ਚੱਲ ਰਹੇ ਨੇ, ਵਿਸ਼ੇਸ਼ ਤੌਰ 'ਤੇ ਇਹਨਾਂ ਦਿਨਾਂ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਸਾਰਿਆਂ ਨੇ ਤੁਸੀਂ ਸੋਸ਼ਲ ਮੀਡੀਆ 'ਤੇ ਵੇਖਿਆ ਕਿ ਜਿਨ੍ਹਾਂ ਕਿਸਾਨਾਂ ਦੇ ਉੱਪਰ ਪੁਲਿਸ ਵਾਲਿਆਂ ਨੇ ਪਾਣੀ ਦੀਆਂ ਬੌਛਾਰਾਂ ਸੁੱਟੀਆਂ ਨੇ, ਜਿਨ੍ਹਾਂ ਦੇ ਉੱਪਰ ਆਂਸੂ ਗੈਸ ਦੇ ਗੋਲੇ ਸੁੱਟੇ ਨੇ, ਜਿਨ੍ਹਾਂ ਦੇ ਉੱਤੇ ਲਾਠੀ ਚਾਰਜ ਕੀਤੇ ਨੇ, ਪਰ ਜਦੋਂ ਲੰਗਰ ਛਕਣ ਲੱਗੇ ਨੇ ਤੇ ਉਹ ਪੁਲਿਸ ਵਾਲਿਆਂ ਵੀ ਉਹਨਾਂ ਦੇ ਨਾਲ ਹੀ ਬਿਠਾਏ ਨੇ, ਉਹਨਾਂ ਨੂੰ ਨਾਲ ਹੀ ਛਕਾਇਆ। ਕੋਈ ਭੇਦਭਾਵ ਨਹੀਂ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਤਾਂ ਹੀ ਤਾਂ ਭਗਤ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਪੰਜਾਬ ਗੁਰਾਂ ਦੇ ਨਾਮ ਤੇ ਵਸ ਰਿਹਾ ਹੈ। ਤੇ ਪੰਜਾਬ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਸਾਈ ਹੋਈ ਧਰਤੀ, ਉੱਥੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਚੱਲਦੇ ਨੇ। ਅੱਜ ਅਸੀਂ ਜਿੱਥੇ ਵੀ ਕਿਤੇ ਦੇਖਦੇ ਹਾਂ, ਲੋਕਾਈ ਦੇ ਵਿੱਚ ਕਿਤੇ ਵੀ ਕਿਸੇ ਨੂੰ ਕੋਈ ਸੰਕਟ ਆਉਂਦਾ ਹੈ, ਗੁਰੂ ਨਾਨਕ ਦੇ ਨਾਮ ਲੇਵਾ ਗੁਰਸਿੱਖ ਹਰ ਜਗ੍ਹਾ ਲੰਗਰ ਲੈ ਕੇ ਪਹੁੰਚ ਜਾਂਦੇ ਨੇ। ਲੋੜਵੰਦਾਂ ਨੂੰ ਕੋਈ ਵਸਤਾਂ ਚਾਹੀਦੀਆਂ ਨੇ, ਲੈ ਕੇ ਪਹੁੰਚ ਜਾਂਦੇ ਨੇ। ਇਹ ਪਿਛਲੇ ਸਮੇਂ ਤੋਂ ਕੋਵਿਡ ਦੀ ਬਿਮਾਰੀ ਦੇ ਕਾਰਨ ਜੋ ਲੰਗਰਾਂ ਦੀ ਸੇਵਾ ਸਿੱਖ ਕੌਮ ਵੱਲੋਂ ਕੀਤੀ ਗਈ ਹੈ, ਉਹ ਸਾਰੀ ਦੁਨੀਆ ਦੇਖਦੀ ਪਈ ਹੈ। ਔਰ ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ, ਗੁਰਸਿੱਖ ਜਿੱਥੇ ਵੀ ਕਿਤੇ ਬੈਠਾ ਹੈ, ਅਮਰੀਕਾ, ਕੈਨੇਡਾ, ਜਿੱਥੇ ਵੀ ਕਿਤੇ ਬੈਠੇ ਨੇ, ਉੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਹਿ ਕੇ ਉਹਨਾਂ ਕੋਲੋਂ ਲੰਗਰ ਦੀਆਂ ਸੇਵਾਵਾਂ ਲਈਆਂ ਨੇ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਨੇ ਸਿੱਖ, ਜਿਹੜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਚੱਲ ਰਹੇ ਨੇ ਸਿੱਖ ਜਿਹੜੇ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪ੍ਰਕਾਸ਼ ਪੁਰਬ ਮਨਾਇਆ ਤਾਂ ਹੀ ਪ੍ਰਵਾਨ ਹੈ ਜੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅਸੀਂ ਪ੍ਰਵਾਨ ਕਰ ਲਈਏ। ਗੁਰੂ ਸਾਹਿਬ ਨੇ, ਜਿਵੇਂ ਆਪਾਂ ਹੁਣੇ ਗੱਲ ਕੀਤੀ, ਕਿਸੇ ਸਰੀਰ ਵਿੱਚੋਂ ਨਹੀਂ ਮਿਲਣਾ। ਆਪਾਂ ਠੀਕ ਹੈ ਗੁਰੂ ਸਾਹਿਬ ਦੀਆਂ ਤਸਵੀਰਾਂ ਲਗਾ ਰਹੇ ਹਾਂ, ਪਰ ਗੁਰੂ ਤਸਵੀਰ ਵਿੱਚ ਨਹੀਂ ਹੈ, ਗੁਰੂ ਸ਼ਬਦ ਵਿੱਚ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ, ਕਿ ਮੇਰਾ ਗੁਰੂ ਸ਼ਬਦ ਹੈ, ਅਸੀਂ ਸ਼ਬਦ ਦੇ ਨਾਲ ਜੁੜਨਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਸ਼ਬਦ ਦੇ ਨਾਲ ਜੁੜਨਾ ਹੈ। ਔਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖ ਸ਼ਬਦ ਦੇ ਨਾਲ ਜੁੜੇ ਹੋਏ ਨੇ। ਭਾਈ ਲਹਿਣਾ ਜੀ, ਜਿਹੜੇ ਬਾਅਦ ਵਿੱਚ ਦੂਸਰੇ ਪਾਤਸ਼ਾਹ ਬਣੇ ਨੇ, ਗੁਰੂ ਅੰਗਦ ਦੇ ਮਹਾਰਾਜ, ਉਹ ਭਾਈ ਜੋਧ ਜੀ ਦੇ ਮੁਖ ਤੋਂ ਗੁਰੂ ਜੀ ਦਾ ਸ਼ਬਦ, ਗੁਰੂ ਜੀ ਦੀ ਬਾਣੀ ਸੁਣ ਕੇ ਹੀ ਗੁਰਸਿੱਖ ਬਣੇ ਨੇ। ਬਾਬਾ ਅਮਰਦਾਸ ਜੀ ਜੋ ਤੀਸਰੇ ਗੁਰੂ ਬਣੇ ਨੇ, ਉਹ ਆਪਣੇ ਘਰ ਵਿੱਚੋਂ ਹੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ, ਉਹਨਾਂ ਦੇ ਭਰਾਤਾ ਦੀ, ਭਾਈ ਸਾਹਿਬ ਦੀ ਨੂੰਹ ਬੀਬੀ ਅਮਰੋ ਦੇ ਮੁਖ ਤੋਂ ਗੁਰਬਾਣੀ ਸੁਣ ਕੇ ਤੇ ਗੁਰੂ ਦੀ ਸ਼ਰਨ ਵਿੱਚ ਗਏ ਨੇ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖ ਗੁਰਬਾਣੀ ਨਾਲ ਜੁੜਿਆ ਹੋਇਆ। ਅਸੀਂ ਵੀ ਗੁਰਬਾਣੀ ਨਾਲ ਜੁੜੇ ਹੋਏ ਹਾਂ, ਪਰ ਅਸੀਂ ਅੱਜ ਕੇਵਲ ਗੁਰਬਾਣੀ ਨੂੰ ਪੜ੍ਹਨ ਵਾਸਤੇ ਸਮਝ ਲਿਆ। ਗੁਰਬਾਣੀ ਪੜ੍ਹਨੀ ਹੈ, ਇਹ ਪਹਿਲਾ ਕਦਮ ਹੈ, ਪਹਿਲਾ ਸਟੈਪ ਹੈ। ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਨੂੰ ਗਾਈਏ, ਗੁਰਬਾਣੀ ਨੂੰ ਵਿਚਾਰੀਏ, ਉਹਨੂੰ ਸਮਝੀਏ, ਉਹਨੂੰ ਆਪਣੇ ਹਿਰਦੇ ਵਿੱਚ ਟਿਕਾਈਏ, ਤਾਂ ਗੁਰੂ ਨਾਨਕ ਸਾਹਿਬ ਦੇ ਅਸੀਂ ਪ੍ਰਕਾਸ਼ ਪੁਰਬ ਮਨਾਏ ਨੂੰ ਸਫਲ ਸਮਝਾਂਗੇ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਅਸੀਂ ਇਹੀ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਦੇ ਅੱਗੇ ਕਰੀਏ ਕਿ ਅਸੀਂ ਆਪ ਜੀ ਦੀ ਬਾਣੀ ਨੂੰ ਸਮਝ ਵਿਚਾਰ ਕੇ ਜੁੜ ਕੇ ਤੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਪਾਤਸ਼ਾਹ ਕਿਰਪਾ ਕਰਨ ਸਾਡੇ ਉੱਤੇ, ਪਾਤਸ਼ਾਹ ਕਿਰਪਾ ਕਰਨਗੇ। ਸਾਡਾ ਪ੍ਰਕਾਸ਼ ਪੁਰਬ ਮਨਾਇਆ ਸਫਲ ਹੋਏਗਾ ਜਦੋਂ ਅਸੀਂ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅਪਣਾ ਕੇ, ਸ਼ਬਦ ਦੇ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਫਲ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।